ਤਾਂ ਬੇਟਾ ਹਸਨ ਦਾ ਜਿਹੜਾ ਆਪਾਂ ਚੈਪਟਰ ਹੈ ਉਹ ਸਾਰਾ ਕੰਪਲੀਟ ਕਰ ਲਿਆ ਸੀਗਾ, ਲੇਕਿਨ ਉਸ ਦਾ ਇੱਕ ਮੇਨ ਐਸੇ ਟਾਈਪ ਕੁਐਸਚਨ ਰਹਿ ਗਿਆ ਸੀ। ਉਸ ਟਾਈਮ ਮੇਰੇ ਤੋਂ ਰੈਡੀ ਨਹੀਂ ਸੀ ਹੋਇਆ, ਪ੍ਰੀਪੇਅਰ ਨਹੀਂ ਸੀ ਹੋਇਆ, ਕੁਐਸਚਨ ਥੋੜੀ ਜਿਹੀ ਕਮੀ ਸੀਗੀ। ਅੱਜ ਮੈਂ ਪੂਰੀ ਕਰ ਲਈ। ਮੈਂ ਕਿਹਾ ਚਲੋ ਅੱਜ ਤੁਹਾਨੂੰ ਹਸਨ ਦਾ ਕਰੈਕਟਰ ਸਕੈਚ ਕਰਵਾ ਦਾਂ। ਇੱਕ ਦੋ ਹੋਰ ਕੁਐਸਚਨ ਆਪਣੇ ਐਸੇ ਟਾਈਪ ਕੁਐਸਚਨ ਰਹਿੰਦੇ ਨੇ, ਫਿਰ ਆਪਾਂ ਉਹ ਕਰਨ ਤੋਂ ਬਾਅਦ ਨਵਾਂ ਚੈਪਟਰ ਸਟਾਰਟ ਕਰਾਂਗੇ। ਪਰ ਅੱਜ ਆਪਾਂ ਹਸਨ ਅਟੈਂਡੈਂਸ ਪ੍ਰੋਬਲਮ ਦਾ ਜਿਹੜਾ ਮੇਨ ਵੱਡਾ ਕੁਐਸਚਨ ਹੈ ਕਿ ਹਸਨ ਦਾ ਕਰੈਕਟਰ ਸਕੈਚ ਉਹ ਕਰਨ ਜਾ ਰਹੇ ਹਾਂ ਜੀ। ਤਾਂ ਬੇਟਾ ਹਸਨ ਦਾ ਕਰੈਕਟਰ ਸਕੈਚ ਕਰਵਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਪਿਕਚਰ ਦਿਖਾ ਰਹੇ ਹਾਂ। ਤਾਂ ਇਸ ਪਿਕਚਰ ਨੂੰ ਅਸੀਂ ਮਾਈਂਡ ਮੈਪ ਕਹਿੰਦੇ ਹਾਂ ਬੇਟਾ, ਮਾਈਂਡ ਮੈਪ। ਨਾਓ ਮਾਈਂਡ ਮੈਪ ਕੀ ਹੁੰਦਾ ਹੈ ਕਿ ਦੇਖੋ ਬੇਟਾ, ਜਿਹੜੇ ਸ਼ਾਰਟ ਆਂਸਰ ਟਾਈਪ ਕੁਐਸਚਨ ਹੈ ਨਾ, ਜਿਹੜੇ ਆਪਾਂ ਪਿਛਲੀ ਵਾਰੀ ਕੀਤੇ ਹੈ, ਉਹਨਾਂ ਨੂੰ ਯਾਦ ਕਰਨਾ ਔਖਾ ਨਹੀਂ ਹੁੰਦਾ, ਬਿਕੋਜ਼ ਉਹਨਾਂ ਦੇ ਲਾਈਨ ਇੱਕ ਜਾਂ ਦੋ ਲਾਈਨ ਦੇ ਵਿੱਚ ਆਂਸਰ ਹੁੰਦੇ ਆ। ਲੇਕਿਨ ਜਿਹੜੇ ਸਾਡੇ ਐਸੇ ਟਾਈਪ ਕੁਐਸਚਨ ਹੈ, ਇਹ ਵੱਡੇ ਹੁੰਦੇ ਆ, ਇਹਨਾਂ 'ਚ 15-20 ਲਾਈਨ ਸਾਨੂੰ ਲਿਖਣੀਆਂ ਪੈਂਦੀਆਂ ਤੇ ਕਈ ਬੱਚਿਆਂ ਨੂੰ ਦਿੱਕਤ ਆ ਜਾਂਦੀ ਹੈ ਯਾਦ ਕਰਨ 'ਚ। ਤਾਂ ਉਹ ਦਿੱਕਤ ਨੂੰ ਆਪਾਂ ਕਿਸ ਤਰ੍ਹਾਂ ਦੂਰ ਕਰ ਸਕਦੇ ਹਾਂ? ਤਾਂ ਉਹ ਹੈ ਜੀ ਮਾਈਂਡ ਮੈਪ। ਆਪਾਂ ਪਹਿਲਾਂ ਨਾ ਜਿਸ ਦਾ ਕਰੈਕਟਰ ਸਕੈਚ ਬਣਾਉਣਾ ਹੈ ਜਾਂ ਕੋਈ ਵੱਡਾ ਕੁਐਸਚਨ ਲਿਖਣਾ ਹੈ, ਥੀਮ ਲਿਖਣਾ ਹੈ, ਤਾਂ ਆਪਾਂ ਉਸ ਦਾ ਪਹਿਲਾਂ ਮਾਈਂਡ ਮੈਪ ਬਣਾ ਲਈਏ। ਮਾਈਂਡ ਮੈਪ 'ਚ ਕੀ ਹੁੰਦਾ, ਆਪਾਂ ਮੇਨ ਪੁਆਇੰਟਸ ਲਿਖ ਲਈਏ। ਜਿਸ ਤਰ੍ਹਾਂ ਆ ਲਿਖੇ ਹੋਏ ਆ, ਦੇਖੋ ਕਈ ਸਾਰੇ ਪੁਆਇੰਟਸ ਲਿਖੇ ਆ, 1 2 3 4 5 6 7 8 9 10, ਟੋਟਲ 10 ਪੁਆਇੰਟਸ ਲਿਖੇ ਹੋਏ ਆ। ਇਹ 10 ਜਿਹੜੇ ਤੁਹਾਨੂੰ ਇਹ ਦਿਖ ਰਹੇ ਹੈ, ਸਟੇਟਮੈਂਟਸ ਦਿਖ ਰਹੀਆਂ, ਜਿਹੜੇ ਬਬਲ ਜੇ ਦਿਖ ਰਹੇ ਹੈ, ਇਹਦੇ ਵਿੱਚ ਕੁਝ ਖਾਸ ਚੀਜ਼ਾਂ ਲਿਖੀਆਂ ਹੋਈਆਂ। ਜਿਵੇਂ ਮੈਂ ਪਹਿਲੀ ਗੱਲ ਦੱਸਾਂ, ਦੇਖੋ ਸੈਂਟਰ 'ਚ ਤਾਂ ਹਸਨ ਹੈ, ਆ ਸਾਨੂੰ ਹਸਨ ਦਿਖ ਰਿਹਾ ਹੈ, ਹਸਨ ਦੀ ਤਸਵੀਰ ਵੀ ਬਣੀ ਹੋਈ ਹੈ, ਪੜ੍ਹਦਾ ਹੋਇਆ ਬੱਚਾ, ਸਟੂਡੈਂਟ ਹੈ, ਲੇਕਿਨ ਉਹਦੇ ਆਲੇ ਦੁਆਲੇ ਉਸਦੇ ਬਾਰੇ ਗੱਲਾਂ ਲਿਖੀਆਂ ਹੋਈਆਂ। ਤਾਂ ਪਹਿਲੀ ਗੱਲ ਕੀ ਹੈ ਕਿ ਸਟੂਡੈਂਟ ਆਫ ਮਾਸਟਰ ਇਨ ਕੰਪਿਊਟਰ ਐਪਲੀਕੇਸ਼ਨ। ਹੁਣ ਸਾਨੂੰ ਪਤਾ ਹੈ, ਆਪਾਂ ਬੇਟਾ ਪੂਰਾ ਚੈਪਟਰ ਪੜ੍ਹਿਆ ਕਿ ਹਸਨ ਸੁਧਾ ਮੂਰਤੀ ਜੀ ਦਾ ਸਟੂਡੈਂਟ ਰਿਹਾ, ਉਹਨਾਂ ਦੇ ਪਹਿਲੇ ਬੈਚ ਦਾ। ਕੰਪਿਊਟਰ ਐਪਲੀਕੇਸ਼ਨ ਜਿਹੜੀ MCA ਹੁੰਦੀ ਹੈ, ਮਾਸਟਰ ਇਨ ਕੰਪਿਊਟਰ ਐਪਲੀਕੇਸ਼ਨ, ਉਹਦਾ ਉਹ ਸਟੂਡੈਂਟ ਸੀ। ਤਾਂ ਆਪਾਂ ਇੱਕ ਇਸ ਦਾ ਪੁਆਇੰਟ ਬਣਾ ਲਿਆ। ਤਾਂ ਹੁਣ ਸਾਨੂੰ ਪਤਾ ਹੈ ਕਿ ਜੇਕਰ ਸਾਡੇ ਇਹ ਮਾਈਂਡ 'ਚ ਹੋਊਗਾ ਕਿ ਸਟੂਡੈਂਟ ਇਨ ਮਾਸਟਰ ਕੰਪਿਊਟਰ ਐਪਲੀਕੇਸ਼ਨ, ਤਾਂ ਸਾਡੇ ਦਿਮਾਗ 'ਚ ਆ ਜਾਊਗਾ ਪੁਆਇੰਟ ਜੇਕਰ ਹੈਗਾ, ਤਾਂ ਅਸੀਂ ਇਸ ਤੋਂ ਇੱਕ ਸੈਂਟੈਂਸ ਬਣਾ ਸਕਦੇ ਹਾਂ। ਤਾਂ ਇੱਕ ਤਰ੍ਹਾਂ ਦਾ ਇਹ ਛੋਟਾ ਜਿਹਾ ਹੈਡਿੰਗ ਹੋ ਗਿਆ, ਜਿਸ ਤੋਂ ਆਪਾਂ ਕੋਈ ਹੋਰ ਵਾਕ ਬਣਾ ਸਕਦੇ ਹਾਂ। ਦੂਸਰਾ ਕੀ ਹੈ ਕਿ ਬ੍ਰਾਈਟ ਸਟੂਡੈਂਟ, ਟਾਲ ਐਂਡ ਹੈਂਡਸਮ ਵਿਦ ਗੁੱਡ ਮੈਮਰੀ। ਆਪਾਂ ਸਾਰਾ ਚੈਪਟਰ ਪੜ੍ਹਿਆ ਹੈ ਕਿ ਹਸਨ ਬੜਾ ਬ੍ਰਾਈਟ ਹੈ। ਬ੍ਰਾਈਟ ਦਾ ਮਤਲਬ ਬੜਾ, ਉਸਦਾ ਦਿਮਾਗ ਬੜਾ ਤੇਜ਼ ਹੈ। ਬ੍ਰਾਈਟ ਸਟੂਡੈਂਟ ਹੈ, ਟਾਲ ਹੈ, ਲੰਬੇ ਕੱਦ ਹੈ, ਹੈਂਡਸਮ ਵੀ ਹੈ, ਕਾਫੀ ਅੱਛੀ ਪਰਸਨੈਲਿਟੀ ਹੈ ਉਸਦੀ, ਤੇ ਉਸਦੀ ਮੈਮਰੀ ਬੜੀ ਅੱਛੀ ਹੈ। ਹੁਣ ਜੇਕਰ ਇਹ ਸਾਡੇ ਦਿਮਾਗ 'ਚ ਇਹ ਆ ਪੁਆਇੰਟਸ ਰਹਿ ਜਾਣ, ਸਾਡੇ ਮਾਈਂਡ 'ਚ ਇਹ ਪੁਆਇੰਟਸ ਰਹਿ ਜਾਣ, ਬ੍ਰਾਈਟ, ਟਾਲ ਐਂਡ ਹੈਂਡਸਮ, ਤਾਂ ਅਸੀਂ ਇਸ ਤੋਂ ਈਜ਼ੀਲੀ ਸੈਂਟੈਂਸ ਬਣਾ ਸਕਦੇ ਹਾਂ। ਫਿਰ ਕੇਮ ਫਰੋਮ ਐਨ ਅਫਲੂਐਂਟ ਫੈਮਿਲੀ। ਤਾਂ ਸਾਨੂੰ ਇਹ ਵੀ ਪਤਾ ਹੈ ਕਿ ਹਸਨ ਇੱਕ ਅਮੀਰ ਪਰਿਵਾਰ ਤੋਂ ਆਉਂਦਾ ਹੈ। ਅਫਲੂਐਂਟ ਦਾ ਮਤਲਬ ਮੈਂ ਤੁਹਾਨੂੰ ਦੱਸਿਆ ਸੀ, ਰਿਚ ਫੈਮਿਲੀ, ਅਮੀਰ ਪਰਿਵਾਰ ਤੋਂ ਆਉਂਦਾ ਹੈ। ਇਕੱਲਾ ਬੇਟਾ ਉਹਨਾਂ ਦਾ, ਮਾਂ ਬਾਪ ਦਾ, ਕਾਫੀ ਲਾੜ ਪਿਆਰ ਨਾਲ ਪਾਲਿਆ ਹੋਇਆ, ਥੋੜਾ ਮਤਲਬ ਉਸੇ ਕਰਕੇ ਵਿਗੜਿਆ ਵੀ ਹੈ ਉਹ। ਅਫਲੂਐਂਟ ਫੈਮਿਲੀ ਤੋਂ ਆਉਂਦਾ ਹੈ, ਰਿਚ ਫੈਮਿਲੀ ਤੋਂ ਆਉਂਦਾ ਹੈ। ਤਾਂ ਇਹ ਇੱਕ ਪੁਆਇੰਟ ਹੋ ਗਿਆ ਸਾਡੇ ਮਾਈਂਡ 'ਚ। ਨੋਟ ਅ ਸੀਰੀਅਸ ਸਟੂਡੈਂਟ। ਹੁਣ ਉਹ ਸੀਰੀਅਸ ਨਹੀਂ ਹੈ ਆਪਣੀ ਸਟੱਡੀ 'ਚ, ਇਹ ਤਾਂ ਸਾਨੂੰ ਪਤਾ ਹੈ। ਰਾਤ ਨੂੰ ਸਾਰੀ ਰਾਤ ਚੈਟਿੰਗ ਕਰਨੀ, ਗੱਲਾਂ ਬਾਤਾਂ ਮਾਰਨੀਆਂ, ਸਵੇਰੇ ਫਿਰ ਆਣਾ, ਕਲਾਸ ਦੇ ਵਿੱਚ ਲੇਟ ਆਣਾ ਜਾਂ ਆਣਾ ਹੀ ਨਾ, ਤਾਂ ਸੀਰੀਅਸ ਨਹੀਂ ਹੈ ਆਪਣੀ ਸਟੱਡੀਜ਼ 'ਚ। ਤਾਂ ਇਹ ਵੀ ਇੱਕ ਪੁਆਇੰਟ ਹੋ ਗਿਆ। ਅੱਛਾ, ਫਿਰ ਉਹ ਸਿਰਫ ਕਲਾਸਿਸ ਅਟੈਂਡ ਕਰਦਾ ਹੈ ਡਿਊਰਿੰਗ ਟੈਸਟ ਔਰ ਐਗਜ਼ਾਮਸ। ਅਟੈਂਡਡ ਕਲਾਸਿਸ ਡਿਊਰਿੰਗ ਟੈਸਟ ਔਰ ਐਗਜ਼ਾਮ, ਟੈਸਟ ਜਾਂ ਐਗਜ਼ਾਮ ਦੇ ਦੌਰਾਨ ਹੀ ਕਲਾਸਾਂ ਅਟੈਂਡ ਕਰਦਾ ਹੈ, ਇਹ ਵੀ ਇੱਕ ਪੁਆਇੰਟ ਹੋ ਗਿਆ। ਅੱਛਾ, ਫਿਰ ਜਦੋਂ ਉਹਦੇ ਅਟੈਂਡੈਂਸ ਸ਼ਾਰਟ ਹੋ ਜਾਂਦੀ ਹੈ, ਹਾਜ਼ਰੀਆਂ ਸ਼ਾਰਟ ਹੋ ਜਾਂਦੀਆਂ, ਫਿਰ ਉਹ ਬੈਗਿੰਗ ਕਰਦਾ ਉਹਨਾਂ ਲਈ ਇਨ ਅ ਪਿਟੀਫੁਲ ਮੈਨਰ। ਮਤਲਬ ਕਿ ਇੱਕ ਤਰ੍ਹਾਂ ਨਾਲ ਬਹੁਤ ਹੀ ਦਇਆ ਦਾ ਪਾਤਰ ਜਿਹਾ ਬਣ ਕੇ ਕਿ ਹਾਂਜੀ ਪਲੀਜ਼ ਮੇਰੇ ਤੇ ਦਇਆ ਕਰੋ ਜੀ, ਰਹਿਮ ਖਾਓ, ਬੈਗਿੰਗ ਕਰਦਾ ਹੈ ਅਟੈਂਡੈਂਸ ਲਈ, ਤੇ ਇਹ ਵੀ ਸਾਨੂੰ ਪਤਾ ਹੈ। ਅਤੇ ਫਿਰ ਸਟੂਡ ਫਸਟ, ਇੱਥੇ ਵੈਸੇ ਫਸਟ ਕਲਾਸ, ਇੱਥੇ ਫਸਟ ਕਲਾਸ, ਇੱਥੇ ਤੁਸੀਂ ਨਾ ਫਸਟ ਕਲਾਸ ਬਾਈ ਪ੍ਰੀਪੇਅਰਿੰਗ ਐਕਸਪੈਕਟਡ ਕੁਐਸਚਨਸ ਪਾਓ, ਕਿ ਸਿਰਫ ਐਕਸਪੈਕਟਡ ਕੁਐਸਚਨਸ ਕਰਕੇ ਉਹ ਫਸਟ ਕਲਾਸ ਲੈ ਲੈਂਦਾ ਹੈ, ਮਤਲਬ ਫਸਟ ਡਿਵੀਜ਼ਨ ਲੈ ਲੈਂਦਾ ਹੈ। ਤੇ ਅੱਗੇ ਹੈ ਜੀ ਹਾਰਡਲੀ ਪ੍ਰੈਜ਼ੈਂਟ ਇਨ ਕਲਾਸ, ਸ਼ਾਰਟੇਜ ਆਫ ਅਟੈਂਡੈਂਸ, ਉਹ ਪਹਿਲਾਂ ਵੀ ਆ ਚੁੱਕਿਆ, ਸ਼ਾਰਟੇਜ ਰਹਿ ਜਾਂਦੀ ਹੈ। ਅੱਛਾ, ਫਿਰ ਇੱਕ ਬੜਾ ਇੰਪੋਰਟੈਂਟ ਹੈ ਕਿ ਬਿਕੇਮ ਅ ਸੇਲਸਮੈਨ ਆਫ ਕੰਪਿਊਟਰ ਸੌਫਟਵੇਅਰ, ਕਿ ਕੰਪਿਊਟਰ ਸੌਫਟਵੇਅਰ ਕੰਪਨੀ ਦਾ ਸਿਰਫ ਉਹ ਸੇਲਸਮੈਨ ਬਣ ਜਾਂਦਾ। ਤਾਂ ਜਸਟ ਸੇਲਸਮੈਨ ਵੀ ਯਾਦ ਹੋਵੇ ਤਾਂ ਅਸੀਂ ਇਹਦਾ ਸੈਂਟੈਂਸ ਬਣਾ ਸਕਦੇ। ਤੇ ਲਾਸਟ 'ਚ ਉਹ ਫਿਰ ਜਦੋਂ ਸੁਧਾ ਮੂਰਤੀ ਕੋਲ ਆਉਂਦਾ ਮਿਲਣ, ਸੁਧਾ ਮੂਰਤੀ ਉਹਨੂੰ ਸਮਝਾਉਂਦੀ ਹੈ, ਤਾਂ ਐਟ ਲਾਸਟ ਪ੍ਰੋਮਿਸ ਟੂ ਡੂ ਹਿਜ਼ ਬੈਸਟ, ਤੇ ਉਹ ਸੁਧਾ ਮੂਰਤੀ ਨੂੰ ਇਹ ਪ੍ਰੋਮਿਸ ਕਰਦਾ ਹੈ ਕਿ ਮੈਂ ਆਪਣੀ ਲਾਈਫ ਦੇ ਵਿੱਚ
ਬੈਸਟ ਕਰੂੰਗਾ, ਆਉਣ ਵਾਲੇ ਟਾਈਮ ਦੇ ਵਿੱਚ ਪੂਰਾ ਆਪਣਾ ਮਨ ਨਾਲ ਕੰਮ ਕਰੂੰਗਾ, ਹੋਰ ਵੱਡਾ ਇਨਸਾਨ ਬਣੂੰਗਾ। ਤਾਂ ਬੇਟਾ ਇਹ ਸਾਰੇ ਪੁਆਇੰਟਸ ਹੋ ਗਏ, ਜਿਵੇਂ ਹੈਂਡਸਮ ਹੈ ਜੀ, ਟੌਲ ਹੈ, ਫਲੂਐਂਟ ਫੈਮਿਲੀ ਤੋਂ ਆਉਂਦਾ ਹੈ, ਸੀਰੀਅਸ ਸਟੂਡੈਂਟ ਨਹੀਂ ਹੈ, ਅਟੈਂਡੈਂਸ ਸ਼ੋਰਟ ਹੋ ਜਾਂਦੀ ਹੈ, ਲੇਟ ਆਉਂਦਾ ਹੈ ਕਲਾਸ 'ਚ, ਹਾਰਡਲੀ ਪ੍ਰੈਜ਼ੈਂਟ ਰਹਿੰਦਾ, ਸਿਰਫ ਫਸਟ ਕਲਾਸ ਗੈਟ ਕਰਦਾ ਹੈ ਉਹ ਆਪਣੀ ਕਲਾਸ 'ਚ, ਸਿਰਫ ਸੇਲਸਮੈਨ ਹੀ ਬਣਦਾ ਆਪਣੀ ਲਾਈਫ 'ਚ, ਤੇ ਐਂਡ ਦੇ ਵਿੱਚ ਉਹ ਸੁਧਰਦਾ ਵੀ ਹੈ। ਤਾਂ ਇਹ ਸਾਰੀਆਂ ਜਿਹੜੀਆਂ ਬੇਟਾ ਗੱਲਾਂ ਨੇ, ਇਹ ਜੇਕਰ ਸਾਡੇ ਮਾਈਂਡ ਦੇ ਵਿੱਚ ਹੋਣਗੀਆਂ, ਸਾਡੇ ਮਨ ਦੇ ਵਿੱਚ ਹੋਣਗੀਆਂ, ਤਾਂ ਅਸੀਂ ਈਜ਼ੀਲੀ ਕੁਐਸਚਨ ਵੱਡਾ ਯਾਦ ਕਰ ਲਾਂਗੇ। ਇਹ ਜਸਟ ਲਾਈਕ ਹੈਡਿੰਗ। ਯਾਦ ਕਰੋ ਬੇਟਾ ਕੀ ਹੁੰਦਾ ਹੈ ਕਿ ਜਿਵੇਂ ਤੁਸੀਂ ਪੰਜਾਬੀ ਦੇ ਕੁਐਸਚਨਸ ਯਾਦ ਕਰਦੇ ਹੋ, ਸਪੋਜ਼ ਕਰੋ ਤੁਸੀਂ ਹਿਸਟਰੀ ਦੇ ਕੁਐਸਚਨ ਯਾਦ ਕਰਨ ਲੱਗੇ ਹੋ ਜਾਂ ਪੋਲੀਟੀਕਲ ਸਾਇੰਸ ਦੇ ਕਰਨ ਲੱਗੇ ਹੋ, ਤਾਂ ਕਈ ਵਾਰੀ ਨਾ ਵੱਡੇ ਕੁਐਸਚਨਾਂ ਦੇ ਵਿੱਚ ਹੈਡਿੰਗ ਹੁੰਦੇ ਨੇ, ਤਾਂ ਉਹ ਹੈਡਿੰਗ ਨੂੰ ਫਿਰ ਤੁਸੀਂ ਅੱਗੇ ਇਲੈਬੋਰੇਟ ਕਰ ਲੈਂਦੇ ਹੋ। ਤਾਂ ਤੁਸੀਂ ਪੇਪਰਾਂ ਦੇ ਨੇੜੇ ਕੀ ਕਰਦੇ ਹੋ, ਪੇਪਰ ਵਾਲੇ ਦਿਨ ਕੀ ਕਰਦੇ ਹੋ, ਉਹ ਹੈਡਿੰਗਸ ਨੂੰ ਤੁਸੀਂ ਇੱਕ ਤਰ੍ਹਾਂ ਨਾਲ ਫੇਰ ਲੈਂਦੇ ਹੋ, ਆਪਣੇ ਮਾਈਂਡ 'ਚ ਬਿਠਾ ਲੈਂਦੇ ਹੋ, ਫਿਰ ਜਾ ਕੇ ਇਲੈਬੋਰੇਟ। ਇਹ ਬਿਲਕੁਲ ਉਹ ਚੀਜ਼ ਹੈ ਵੀ ਇੱਕ ਤਰ੍ਹਾਂ ਦੇ ਹੈਡਿੰਗਸ ਹੋ ਗਏ, ਤੇ ਜੇ ਤੁਹਾਡੇ ਹੈਡਿੰਗ ਦਿਮਾਗ 'ਚ ਯਾਦ ਨੇ ਤਾਂ ਤੁਹਾਨੂੰ ਸੈਂਟੈਂਸ ਯਾਦ ਹੋ ਜਾਊਗਾ, ਜੇਕਰ ਤੁਸੀਂ ਉਸਦਾ ਮੈਨੂੰ ਕਲਾਸ 'ਚ ਟੈਸਟ ਦਿੱਤਾ ਤੇ ਜੇਕਰ ਤੁਸੀਂ ਉਸਦੀ ਪ੍ਰੈਪਰੇਸ਼ਨ ਕੀਤੀ ਹੈ ਪ੍ਰੋਪਰਲੀ। ਤਾਂ ਬੇਟਾ ਇਸ ਤਰੀਕੇ ਦੇ ਨਾਲ ਇਹ ਸਾਰਾ ਜਿਹੜਾ ਤੁਸੀਂ ਆਪਣਾ ਕਰੈਕਟਰ ਸਕੈਚ ਹੈ, ਇਸ ਨੂੰ ਤੁਸੀਂ ਕਰ ਸਕਦੇ ਹੋ। ਹਾਲਾਂਕਿ ਇਹ ਸਿਰਫ ਮਾਈਂਡ ਮੈਪ ਹੈ। ਅੱਛਾ, ਇਹ ਮਾਈਂਡ ਮੈਪ ਤੁਸੀਂ ਆਪਣੀਆਂ ਪੱਕੀ ਕਾਪੀਜ਼ ਤੇ ਡਰਾ ਕਰ ਲਿਓ, ਜਿਵੇਂ ਮੈਂ ਬਣਾਇਆ ਏਦਾਂ ਹੀ ਬਣਾ ਲਿਓ। ਜੇ ਤੁਸੀਂ ਪੱਕੇ ਪੇਪਰਾਂ 'ਚ ਇਹ ਮਾਈਂਡ ਮੈਪ ਬਣਾ ਕੇ ਆਓਗੇ ਤਾਂ ਤੁਹਾਡੇ ਮਾਰਕਸ ਜ਼ਿਆਦਾ ਆਣਗੇ। ਲੇਕਿਨ ਇਹ ਗੱਲ ਕਲੀਅਰ ਮੈਂ ਕਰਦਾ ਕਿ ਜੇ ਤੁਸੀਂ ਸਿਰਫ ਮਾਈਂਡ ਮੈਪ ਬਣਾਏ, ਕੁਝ ਐਸੇ ਟਾਈਪ ਆਂਸਰ ਲਿਖ ਕੇ ਨਾ ਆਏ, ਤਾਂ ਕੋਈ ਨੰਬਰ ਨਹੀਂ ਆਣਾ। ਇਹ ਸਿਰਫ ਨੰਬਰ ਜ਼ਿਆਦਾ ਲੈਣ ਲਈ ਇੱਕ ਜ਼ਰੀਆ ਹੈ। ਵੀ ਮੰਨ ਲਓ ਜੇ 5 ਨੰਬਰ ਦਾ ਕੁਐਸਚਨ ਹੈ, ਤੁਹਾਨੂੰ 3 ਆ ਰਹੇ ਨੇ ਤਾਂ 4 ਆ ਜਾਣਗੇ ਜੇਕਰ ਤੁਸੀਂ ਮਾਈਂਡ ਮੈਪ ਬਣਾ ਕੇ ਆਓਗੇ। ਕੋਈ ਜ਼ਰੂਰੀ ਨਹੀਂ ਹੈ ਮਾਈਂਡ ਮੈਪ ਬਣਾਉਣਾ, ਲੇਕਿਨ ਜੇ ਬਣਾਓਗੇ ਤਾਂ ਨੰਬਰ ਇੱਕ ਅੱਧਾ 2 ਨੰਬਰ ਜ਼ਿਆਦਾ ਆਣਗੇ। ਤਾਂ ਜਿਹੜੇ ਵਧੀਆ ਮਾਰਕਸ ਲੈਂਦੇ ਆ ਸਟੂਡੈਂਟਸ, ਉਹ ਇਹ ਤਰੀਕੇ ਲੈ ਕੇ ਕਰਦੇ ਨੇ। ਤਾਂ ਮਾਈਂਡ ਮੈਪ ਆਪਣੀਆਂ ਤੁਸੀਂ ਇੱਥੋਂ ਹੀ ਦੇਖ ਕੇ, ਕਿਉਂਕਿ ਮੈਂ ਇਸ ਲੈਕਚਰ ਦੀ ਰਿਕਾਰਡਿੰਗ ਕਰ ਰਹੇ ਹਾਂ, ਤਾਂ ਤੁਸੀਂ ਜਦੋਂ ਮੈਂ ਤੁਹਾਨੂੰ ਇਸ ਦਾ ਲਿੰਕ ਭੇਜੂੰਗਾ ਤਾਂ ਤੁਸੀਂ ਮਾਈਂਡ ਮੈਪ ਆਪਣੀਆਂ ਕਾਪੀਜ਼ ਤੇ ਡਰਾ ਕਰ ਲਿਓ। ਲੇਕਿਨ ਇਸ ਦੇ ਨਾਲ ਨਾਲ ਆਪਣਾ ਮੇਨ ਕੀ ਕੰਮ ਕਰਨਾ ਹੈ, ਆਪਾਂ ਨੇ ਆਂਸਰ ਯਾਦ ਕਰਨਾ ਹੈ। ਤਾਂ ਆਂਸਰ ਹੁਣ ਤੁਹਾਨੂੰ ਸਕਰੀਨ ਤੇ ਦਿਖਾਈ ਦੇ ਰਿਹਾ ਹੈ। ਤਾਂ ਬੇਟਾ ਇਹ ਆਂਸਰ ਮੈਂ ਖੁਦ ਤਿਆਰ ਕੀਤਾ ਹੈ, ਐਸੇ ਟਾਈਪ ਕੁਐਸਚਨ ਹੈ, ਠੀਕ ਹੈ। ਤਾਂ ਇਹਦਾ ਕੁਐਸਚਨ ਹੈ ਕਿ ਰਾਈਟ ਦਾ ਕਰੈਕਟਰ ਸਕੈਚ ਆਫ ਹਸਨ ਇਨ ਹਸਨਸ ਅਟੈਂਡੈਂਸ ਪ੍ਰੋਬਲਮ। ਤਾਂ ਕਰੈਕਟਰ ਸਕੈਚ ਬਣਦਾ ਹੈ ਜੀ ਹਸਨ ਦਾ, ਹਸਨਸ ਅਟੈਂਡੈਂਸ ਪ੍ਰੋਬਲਮ ਵਾਲੇ ਚੈਪਟਰ 'ਚ। ਇੱਕ ਵਾਰੀ ਮੈਂ ਬੇਟਾ ਤੁਹਾਨੂੰ ਸਾਰਿਆਂ ਨੂੰ ਫੇਰ ਪੁੱਛੂੰਗਾ ਕਿ ਕੀ ਮਾਈਂਡ ਮੈਪ ਤੁਹਾਨੂੰ ਪਤਾ ਲੱਗਿਆ ਜਾਂ ਉੱਪਰੋਂ ਹੀ ਲੰਘ ਗਿਆ ਕਿ ਕੀ ਚੀਜ਼ ਹੈ ਕੀ ਨਹੀਂ। ਇੱਕ ਵਾਰੀ ਦੱਸੋ ਜੀ, ਮੈਂ ਤੁਹਾਨੂੰ ਸਾਰਿਆਂ ਨੂੰ ਅਨਮਿਊਟ ਕਰਤਾ। ਹਾਂਜੀ, ਅਮਨਦੀਪ, ਅਸ਼ਪ੍ਰੀਤ, ਗੁਰਜੋਤ, ਜਸਪ੍ਰੀਤ, ਰਮਨ, ਦੱਸੋ ਵੀ। ਸ਼ਹਿਨਾਜ਼, ਹਾਂਜੀ ਮਾਈਂਡ ਮੈਪ ਹਾਂਜੀ ਸਰ। ਪਤਾ ਲੱਗਿਆ? ਹਾਂਜੀ ਚਲੋ ਠੀਕ ਹੈ ਬੇਟਾ, ਇਹਨਾਂ ਨੂੰ ਹਾਂਜੀ ਤੁਸੀਂ ਹਾਂਜੀ ਓਕੇ, ਇਹਨਾਂ ਨੂੰ ਤੁਸੀਂ ਆਪਣੀਆਂ ਕਾਪੀਜ਼ ਤੇ ਡਰਾ ਕਰ ਲਿਓ। ਤੇ ਹੁਣ ਆਪਾਂ ਕੁਐਸਚਨ ਕਰਦੇ ਹਾਂ ਜੀ। ਇੱਕ ਵਾਰੀ ਫੇਰ ਤੁਹਾਨੂੰ ਮੈਂ ਮਿਊਟ ਕਰ ਰਿਹਾ ਸਾਰਿਆਂ ਨੂੰ। ਹਾਂਜੀ, ਤਾਂ ਆਨਸਰ ਹੈ ਜੀ ਕਿ ਹਸਨਸ ਅਟੈਂਡੈਂਸ ਪ੍ਰੋਬਲਮ ਇਜ਼ ਰਿਟਨ ਬਾਈ ਸੁਧਾ ਮੂਰਤੀ। ਇਹ ਤਾਂ ਪਤਾ ਹੀ ਹੈ ਬੇਟਾ, ਸੁਧਾ ਮੂਰਤੀ ਦਾ ਲਿਖਿਆ ਹੋਇਆ ਹੈ ਹਸਨ ਅਟੈਂਡੈਂਸ ਪ੍ਰੋਬਲਮ ਦਾ ਜਿਹੜਾ ਚੈਪਟਰ ਦਾ ਨੇਮ ਹੈ। ਧਿਆਨ ਨਾਲ ਪੜ੍ਹਨਾ ਹੈ। H ਵੱਡਾ, ਅਟੈਂਡੈਂਸ ਦੀ A ਵੱਡੀ, ਪ੍ਰੋਬਲਮ ਦੀ P ਵੱਡੀ, ਬਾਕੀ ਸਾਰੇ ਅੱਖਰ ਛੋਟੇ। ਹਸਨ ਦੇ ਪਿੱਛੇ ਐਸ ਪਾਣੀ ਹੈ। ਕਈ ਬੱਚੇ ਹਸਨ ਅਟੈਂਡੈਂਸ ਪ੍ਰੋਬਲਮ ਪਾ ਜਾਂਦੇ ਆ ਤੇ ਉੱਥੇ ਹੀ ਨੰਬਰ ਕਟਾ ਲੈਂਦੇ ਆ। ਹਸਨ ਨਹੀਂ ਹੈ ਬੇਟਾ, ਹਸਨਸ, ਹਸਨ ਦੀਆਂ ਹਾਜ਼ਰੀਆਂ ਦੀ ਪ੍ਰੋਬਲਮ। ਤਾਂ ਇਹ ਹੈ ਚੈਪਟਰ ਦਾ ਨਾਮ। ਤਾਂ ਹਸਨਸ ਪਾਣਾ ਹੈ, ਐਪ ਐਸ ਜ਼ਰੂਰ ਪਾਣੀ ਹੈ, ਠੀਕ ਹੈ ਜੀ। ਤੇ ਫਿਰ ਇਸ ਚੈਪਟਰ ਨੂੰ ਕੋਟਸ ਚ ਪਾਣਾ ਹੈ, ਸਿੰਗਲ ਕੋਟਸ ਚ ਪਾਣਾ ਹੈ। ਇੱਥੇ ਮੈਂ ਕੋਟ ਬੰਦ ਕਰਨਾ ਭੁੱਲ ਗਿਆ, ਚਲੋ ਤੇ ਤੁਸੀਂ ਬੰਦ ਕਰ ਲੈਣੇ ਹੈ। ਤੇ ਇੱਥੇ ਤੁਸੀਂ ਸਿੰਗਲ ਕੋਟ ਸ਼ੁਰੂ ਕਰਕੇ ਬੰਦ ਕਰਨੇ ਹੈ। ਕਿਸ ਦੇ ਦੁਆਰਾ ਲਿਖਿਆ ਗਿਆ? ਸੁਧਾ ਮੂਰਤੀ ਦੁਆਰਾ। ਸੁਧਾ ਮੂਰਤੀ ਦਾ ਵੀ ਐਸ ਵੱਡਾ, ਐਮ ਵੱਡਾ, ਬਾਕੀ ਅੱਖਰ ਛੋਟੇ, ਤੇ ਕੋਈ ਕੋਟਸ ਨਹੀਂ ਪਾਣਾ ਰਾਈਟਰ ਦੇ ਨਾਮ ਤੇ। ਨਾਓ ਸੁਧਾ ਵਾਸ ਟੀਚਿੰਗ ਕੰਪਿਊਟਰ ਸਾਇੰਸ ਇਨ MCA ਐਟ ਅ ਕਾਲਜ ਇਨ ਬੈਂਗਲੋਰ। ਤਾਂ ਸੁਧਾ ਕੀ ਕਰ ਰਹੇ ਸੀਗੇ ਜੀ? ਉਹ ਟੀਚਰ ਸੀ, ਵਾਸ ਟੀਚਿੰਗ, ਪੜ੍ਹਾ ਰਹੇ ਸੀ ਕੀ? ਕੰਪਿਊਟਰ ਸਾਇੰਸ। ਕਿਹਦੇ ਚ? MCA। ਤਾਂ MCA ਤੁਹਾਨੂੰ ਪਤਾ ਹੈ ਮਾਸਟਰਸ ਇਨ ਕੰਪਿਊਟਰ ਐਪਲੀਕੇਸ਼ਨਸ ਕਹਿੰਦੇ ਆ ਜੀ MCA। MCA ਦੇ ਵਿੱਚੋਂ ਕੰਪਿਊਟਰ ਸਾਇੰਸ ਸਬਜੈਕਟ ਹੈ। ਕੰਪਿਊਟਰ ਸਾਇੰਸ ਬੇਟਾ ਤੁਸੀਂ ਵੀ ਪੜ੍ਹਦੇ ਹੋ, +1 +2 ਚ ਵੀ ਹੈ, ਤਾਂ ਇਹ ਮਾਸਟਰ ਡਿਗਰੀ ਚ ਵੀ ਹੈ। ਤਾਂ MCA ਦੇ ਵਿੱਚੋਂ ਕੰਪਿਊਟਰ ਸਾਇੰਸ ਪੜ੍ਹਾ ਰਹੀ ਸੀ ਕਿਸੇ ਕਾਲਜ, ਕਿੱਥੇ? ਬੈਂਗਲੋਰ ਚ। ਬੈਂਗਲੋਰ ਦੀ B ਵੱਡੀ ਪਾਣੀ ਹੈ, ਕੰਪਿਊਟਰ ਸਾਇੰਸ ਦੀ C ਤੇ S ਵੱਡੀ ਪਾਣੀ ਹੈ, ਤੇ MCA ਦੇ ਤਿੰਨੇ ਅੱਖਰ ਵੱਡੇ ਪਾਣੇ ਆ ਬਿਕੋਜ਼ ਇਹ ਐਬਰੀਵੀਏਸ਼ਨ ਹੈ, ਕਿਉਂਕਿ ਆਪਾਂ ਇਸ ਨੂੰ ਕੰਪੈਕਟ ਕਰਕੇ ਛੋਟਾ ਕਰਕੇ ਲਿਖਿਆ। ਅੱਗੇ ਆ ਗਿਆ ਜੀ। ਇੱਥੋਂ ਹੁਣ ਸਾਡਾ ਹਸਨ ਦੀ ਗੱਲ ਸ਼ੁਰੂ ਹੁੰਦੀ ਹੈ ਕਿ ਵਨ ਆਫ ਆਰ ਸਟੂਡੈਂਟਸ, ਇੱਥੇ ਸਟੂਡੈਂਟਸ ਪਾ ਲਿਓ ਬੇਟਾ, ਮੈਂ ਸਟੂਡੈਂਟ ਪਾਤਾ। ਵਨ ਆਫ ਆਰ ਸਟੂਡੈਂਟਸ, ਉਸਦੇ ਵਿਦਿਆਰਥੀਆਂ ਵਿੱਚੋਂ ਇੱਕ। ਵਨ ਆਫ ਆਰ ਸਟੂਡੈਂਟਸ ਹਸਨ ਵਾਸ ਅ ਟਾਲ, ਬ੍ਰਾਈਟ, ਹੈਂਡਸਮ ਐਂਡ ਇੰਟੈਲੀਜੈਂਟ ਬॉय। ਉਹਨਾਂ ਦੇ ਸਟੂਡੈਂਟਾਂ ਵਿੱਚੋਂ ਇੱਕ ਹਸਨ ਜਿਹੜਾ ਸੀ, ਉਹ ਇੱਕ ਟਾਲ, ਲੰਬੇ ਕੱਦ ਦਾ, ਬ੍ਰਾਈਟ, ਬਹੁਤ ਹੀ ਵਧੀਆ ਦਿਮਾਗ ਵਾਲਾ,
हैंडसम वधिया परसनैलिटी वाला एंड इंटैलीजेंट अते इंटैलीजेंट भी सीगा ओह कोई चीज़ उसनूं दसी जाती सी फटाफट ओह समझ जाता सी तां ये एक पूरी लाइन हो गई जी हसन बारे ਇਹ ਤਾਂ ਉਹਦੀਆਂ ਖੂਬੀਆਂ ਹੋ ਗਈਆਂ ਬੇਟਾ ਕਿ ਉਹ ਬ੍ਰਾਈਟ ਸੀ ਹੈਂਡਸਮ ਸੀ ਇੰਟੈਲੀਜੈਂਟ ਸੀ ਟੌਲ ਸੀ ਲੇਕਿਨ ਬਟ ਹੀ ਵਾਸ ਵੈਰੀ ਅਨਡਿਸਪਲਿਨਡ ਪਰ ਉਹ ਬਹੁਤ ਅਨੁਸ਼ਾਸਨਹੀਨ ਸੀ ਡਿਸਪਲਿਨ ਦਾ ਮਤਲਬ ਹੁੰਦਾ ਹੈ ਅਨੁਸ਼ਾਸਨ ਜੇ ਆਪਾਂ ਯੂਐਨ ਮੂਰੇ ਪਾ ਦਈਏ ਉਸ ਦਾ ਆਪੋਜ਼ਿਟ ਬਣ ਜਾਂਦਾ ਹੈ ਅਨਡਿਸਪਲਿਨਡ ਅਨਡਿਸਪਲਿਨਡ ਦਾ ਮਤਲਬ ਹੁੰਦਾ ਹੈ ਜੀ ਅਨੁਸ਼ਾਸਨਹੀਨ ਅਨੁਸ਼ਾਸਨ ਚ ਨਹੀਂ ਸੀ ਰਹਿੰਦਾ ਉਹ ਤਾਂ ਇਹ ਤੁਸੀਂ ਇਸ ਤਰ੍ਹਾਂ ਪੰਜਾਬੀ ਵੀ ਉੱਪਰ ਲਿਖ ਸਕਦੇ ਹੋ ਕਈ ਸਟੂਡੈਂਟਸ ਨੂੰ ਯਾਦ ਨਹੀਂ ਰਹਿੰਦਾ ਬਾਅਦ ਚ ਤਾਂ ਮੈਂ ਹਮੇਸ਼ਾ ਉਹਨਾਂ ਨੂੰ ਗਾਈਡ ਕਰਦਾ ਹੁੰਦਾ ਕਿ ਜਦੋਂ ਤੁਸੀਂ ਕਾਪੀ ਤੇ ਲਿਖਦੇ ਹੋ ਕੋਈ ਨਵਾਂ ਵਰਡ ਆਂਦਾ ਉਹਦੇ ਉੱਪਰ ਉਸਦੀ ਪੰਜਾਬੀ ਵੀ ਪਾ ਲਓ ਹੋ ਸਕੇ ਜੇ ਉਸਦੀ ਪ੍ਰੋਨੰਸੀਏਸ਼ਨ ਵੀ ਪਾਣੀ ਹੈ ਉਸ ਨੂੰ ਕਿਵੇਂ ਬੋਲਣਾ ਉਹ ਵੀ ਪਾ ਸਕਦੇ ਹੋ he used to come late in the class daily ਹੁਣ ਉਹਦੀ ਆਦਤ ਬਣ ਗਈ ਸੀ used to ਉਸਦੀ ਆਦਤ ਸੀ ਕਿ ਉਹ ਲੇਟ ਆਂਦਾ ਸੀ to the class daily ਕਲਾਸ ਚ ਡੇਲੀ ਉਹ ਲੇਟ ਆਂਦਾ ਸੀ ਰੋਜ਼ ਰਾਤ ਨੂੰ ਤੁਹਾਨੂੰ ਪਤਾ ਹੈ ਸਾਰੀ ਰਾਤ ਸੋਣਾ ਨਹੀਂ ਗੱਲਾਂ ਕਰਨੀਆਂ ਚੈਟਿੰਗ ਕਰਨੀ ਤਾਂ ਸਵੇਰੇ ਉੱਠਿਆ ਨਹੀਂ ਸੀ ਜਾਂਦਾ ਉਹ ਤੋਂ ਡੇਲੀ ਕਲਾਸ ਲੇਟ ਆਂਦਾ ਸੀ he did not pay any attention to the advice of her parents ਤਾਂ ਉਹ ਕੋਈ ਵੀ ਧਿਆਨ ਨਹੀਂ ਸੀ ਦਿੰਦਾ ਨਾ ਉਹ ਪੇ ਐਨੀ ਅਟੈਂਸ਼ਨ ਇਕੱਠਾ ਹੁੰਦਾ ਹੈ ਪੇ ਐਨੀ ਅਟੈਂਸ਼ਨ ਦਾ ਮਤਲਬ ਹੁੰਦਾ ਹੈ ਧਿਆਨ ਦੇਣਾ ਹੀ ਡਿਡ ਨੋਟ ਇੱਥੇ ਨੈਗੇਟਿਵ ਹੋ ਗਿਆ ਉਹ ਨਹੀਂ ਧਿਆਨ ਦਿੰਦਾ ਸੀ ਕੋਈ ਵੀ ਧਿਆਨ ਐਨੀ ਦਾ ਮਤਲਬ ਕੋਈ ਵੀ ਧਿਆਨ ਅਟੈਂਸ਼ਨ ਦਾ ਮਤਲਬ ਧਿਆਨ ਠੀਕ ਹੈ ਤੇ ਕੋਈ ਵੀ ਧਿਆਨ ਨਹੀਂ ਸੀ ਦਿੰਦਾ ਕਾਦੇ ਬਾਰੇ ਟੂ ਦੀ ਐਡਵਾਈਸ ਬਾਰੇ ਸਲਾਹ ਬਾਰੇ ਆਪਣੀ ਪੇਰੈਂਟਸ ਦੀ ਆਪਣੇ ਉਸਦੇ ਮਾਂ ਉਹਨੂੰ ਬਹੁਤ ਸਮਝਾਉਂਦੀ ਸੀ ਲੇਕਿਨ ਉਹ ਨਹੀਂ ਸੀ ਸਮਝਦਾ ਆਪਣੇ ਪੇਰੈਂਟਸ ਦੀ ਐਡਵਾਈਸ ਤੇ ਉਹ ਕੋਈ ਧਿਆਨ ਨਹੀਂ ਸੀ ਦਿੰਦਾ ਐਡਵਾਈਸ ਦੀ ਬੇਟਾ ਇੱਥੇ ਸੀ ਪਾਣੀ ਹੈ ਕਈ ਬੱਚੇ ਇੱਥੇ ਐਸ ਪਾ ਦਿੰਦੇ ਆ ਐਸ ਨਹੀਂ ਪਾਣਾ ਸੀ ਪਾਣੀ ਹੈ ਬਿਕੋਜ਼ ਆਪਾਂ ਨਾਉਨ ਦੇ ਤੌਰ ਤੇ ਆਪਾਂ ਲਿਖਣਾ ਹੈ ਇਹਨੂੰ ਨਾਉਨ ਦੇ ਤੌਰ ਤੇ ਐਡਵਾਈਸ ਦੀ ਸੀ ਆਏਗੀ ਜੇਕਰ ਆਪਾਂ ਵਰਬ ਦੇ ਤੌਰ ਤੇ ਲਿਖਣਾ ਹੁੰਦਾ ਫਿਰ ਆਪਾਂ ਐਸ ਪਾ ਸਕਦੇ ਸੀ he was not serious in his studies ਤਾਂ ਉਹ ਆਪਣੀ ਸਟੱਡੀਜ਼ ਵੱਲ ਸੀਰੀਅਸ ਨਹੀਂ ਸੀ ਗੰਭੀਰ ਨਹੀਂ ਸੀ ਹੁਣ ਬੇਟਾ ਤੁਸੀਂ ਦੇਖੋ ਕਿ ਮੈਂ ਜਿਹੜੇ ਸੈਂਟੈਂਸਿਸ ਬਣਾਏ ਨੇ ਉਹ ਮੈਂ ਉਹਨਾਂ ਹੈਡਿੰਗਸ ਤੋਂ ਹੀ ਬਣਾਏ ਨੇ ਆ ਦੇਖੋ ਸੀਰੀਅਸ ਵਾਲਾ he was not serious in his studies ਤਾਂ ਇੱਕ ਵਾਰੀ ਮੈਂ ਤੁਹਾਨੂੰ ਦੱਸ ਵੀ ਦੇਣਾ ਕਿ ਆ ਦੇਖੋ ਆਹ ਵਾਲਾ ਇੱਥੋਂ ਚੱਕ ਲਿਆ ਮੈਂ ਸੈਂਟੈਂਸ not serious student ਨਹੀਂ ਹੈ ਠੀਕ ਹੈ ਜੀ ਆਹ ਵਾਲਾ ਜਿਹੜਾ ਸਾਡਾ ਹੋ ਗਿਆ ਇਹ ਮੈਂ ਇੱਥੋਂ ਚੱਕ ਲਿਆ ਇਹ ਵਾਲਾ ਵਾਕ ਤੇ ਇਸੇ ਤਰ੍ਹਾਂ ਸਾਡਾ ਕੁਐਸਚਨ ਹੈ ਜੀ ਸਾਡੀ ਲਾਈਨ ਹੈ ਕਿ ਆ ਜਿਵੇਂ ਟਾਲ ਬ੍ਰਾਈਟ ਹੈਂਡਸਮ ਇਹ ਵਾਲਾ ਆਪਾਂ ਜਿਹੜਾ ਲਿਆ ਆ ਪਹਿਲੇ ਵਾਲੇ ਚੋਂ ਚੱਕ ਲਿਆ ਹੈ ਨਾ ਇਸ ਤਰੀਕੇ ਦੇ ਨਾਲ ਇਹ ਜਿਹੜੇ ਸਾਡੇ ਹੈਡਿੰਗਸ ਹੈ ਇਸ ਤੋਂ ਅਸੀਂ ਕੀ ਬਣਾ ਸਕਦੇ ਹਾਂ ਜੀ ਆਪਣੇ ਸੈਂਟੈਂਸਿਸ ਬਣਾ ਸਕਦੇ ਹਾਂ ਤਾਂ ਜੇਕਰ ਸਾਨੂੰ ਹੈਡਿੰਗਸ ਯਾਦ ਹੋਣਗੇ ਮਾਈਂਡ ਮੈਪ ਦੇ ਤਾਂ ਸੈਂਟੈਂਸਿਸ ਈਜ਼ੀਲੀ ਬਣ ਜਾਣਗੇ ਅੱਗੇ ਦੇਖੋ ਜੀ ਸੁਧਾ ਟ੍ਰਾਈਡ ਹਰ ਬੈਸਟ ਬਟ ਇਨ ਵੇਨ ਸੁਧਾ ਨੇ ਆਪਣੀ ਪੂਰੀ ਕੋਸ਼ਿਸ਼ ਕੀਤੀ ਸੁਧਾ ਟ੍ਰਾਈਡ ਹਰ ਬੈਸਟ ਪੂਰੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਾ ਹੋਈ ਇੱਥੇ ਤੁਸੀਂ ਇਸ ਲਾਈਨ ਨੂੰ ਥੋੜਾ ਜਿਹਾ ਹੋਰ ਵਧੀਆ ਤਰੀਕੇ ਨਾਲ ਲਿਖ ਲਓ ਕਿ ਸੁਧਾ ਟ੍ਰਾਈਡ ਹਰ ਬੈਸਟ ਟੂ ਇੱਥੇ ਪਾ ਦਿਓ ਬੈਸਟ ਤੋਂ ਬਾਅਦ ਪਾ ਦਿਓ to improve the habits या improve his habits his पालो इत्थे to improve his habits ਤਾਂ ਸੁਧਾ ਨੇ ਆਪਣੀ ਟਰਾਈ ਪੂਰੀ ਕੀਤੀ ਬੇਟਾ ਸੁਧਾ tried her best to improve his habits but in vain ਦਾ ਮਤਲਬ ਹੁੰਦਾ ਹੈ ਕਿ ਸਭ ਕੁਝ ਵਿਅਰਥ ਚਲਾ ਗਿਆ ਸਭ ਕੁਝ ਕੋਈ ਫਾਇਦਾ ਨਾ ਹੋਇਆ ਉਸ ਨੂੰ ਇਨ ਵੇਨ ਇਕੱਠਾ ਆਉਂਦਾ ਮਤਲਬ ਜਦੋਂ ਆਪਾਂ ਕਹਿੰਦੇ ਆ ਕਿ ਕੋਈ ਫਾਇਦਾ ਹੀ ਨਾ ਹੋਇਆ ਤਾਂ ਉਸ ਤਰੀਕੇ ਨਾਲ ਕਰਦੇ ਆ ਆਪਾਂ ਸੁਧਾ tried her best to improve his habits but in vain ਪਰ ਫਾਇਦਾ ਨਾ ਹੋਇਆ ਹਸਨ always skipped his classes ਹਸਨ ਹਮੇਸ਼ਾ ਆਪਣੀਆਂ ਕਲਾਸਿਸ ਸਕਿਪ ਕਰਦਾ ਸੀ ਸਕਿਪ ਦਾ ਮਤਲਬ ਛੱਡ ਦਿੰਦਾ ਸੀ ਕਲਾਸਾਂ ਅਟੈਂਡ ਹੀ ਨਹੀਂ ਸੀ ਕਰਦਾ ਹਸਨ always skipped his classes ਆਪਣੀਆਂ ਕਲਾਸਿਸ ਛੱਡ ਦਿੰਦਾ ਸੀ ਸਕਿਪ ਕਰ ਦਿੰਦਾ ਸੀ ਸਕਿਪ ਦੀ दूसरी फॉर्म लाई है डबल पी पा लेनी है इत्थे he passed his class with first class only ये भी ਆਪਾਂ देखो हेडिंग बनाया ਸੀ ਉੱਥੇ ਤਾਂ ਉਹਨੇ ਆਪਣੀ ਕਲਾਸ ਪਾਸ ਕੀਤੀ he passed his class with first class ਸਿਰਫ ਪਹਿਲੀ ਸ਼੍ਰੇਣੀ ਚ ਨਾ ਪਹਿਲੀ ਸ਼੍ਰੇਣੀ ਦਾ ਮਤਲਬ ਤੁਹਾਨੂੰ ਪਤਾ ਹੈ ਬੇਟਾ 60% ਮਾਰਕਸ ਹੋਏ 60 ਜਾਂ 60 ਥੋੜੇ ਜਿਹਾ ਉੱਪਰ ਉਹਨੂੰ ਆਪਾਂ ਮਾਰਕਸ ਕਹਿੰਦੇ ਆ ਫਸਟ ਕਲਾਸ ਮਾਰਕਸ ਤਾਂ ਉਸਨੇ ਆਪਣੀ ਕਲਾਸ ਸਿਰਫ ਫਸਟ ਕਲਾਸ ਨਾਲ ਪਾਸ ਕੀਤੀ ਆਫਟਰ ਅ ਲੌਂਗ ਟਾਈਮ ਕਾਫੀ ਸਮੇਂ ਤੋਂ ਬਾਅਦ हसन visited सुधा हसन ने सुधा नु मिलन गया हसन visited सुधा visited मतलब मिलन गया he became only a salesman ਤਾਂ ਇੰਨੀ ਦੇਰ ਬਾਅਦ ਉਸ ਦੌਰਾਨ ਕੀ ਬਣਿਆ ਸਿਰਫ ਇੱਕ ਸੇਲਸਮੈਨ
ਤਾਂ ਇਹ ਵੀ ਆਪਾਂ ਜਿਹੜਾ ਪੁਆਇੰਟ ਆ ਬੇਟਾ ਇੱਥੋਂ ਲਿਆ ਦੇਖੋ, ਠੀਕ ਹੈ ਨਾ। ਤਾਂ ਆਹ ਵਾਲਾ ਪੁਆਇੰਟ ਆਪਾਂ ਇੱਥੋਂ ਚੱਕਿਆ, ਸੇਲਸਮੈਨ, ਆਹ ਵਾਲਾ ਇੱਥੋਂ ਚੱਕ ਲਿਆ, ਤਾਂ ਉਹ ਸਿਰਫ ਸੇਲਸਮੈਨ ਹੀ ਬਣ ਪਾਇਆ। he could become an owner of a company, ਹਾਲਾਂਕਿ ਉਹ ਬਣ ਸਕਦਾ ਸੀ, could ਦਾ ਮਤਲਬ ਬਣ ਸਕਦਾ ਸੀ, become ਬਣ ਸਕਦਾ ਸੀ, an owner, owner ਦਾ ਮਤਲਬ ਹੁੰਦਾ ਬੇਟਾ ਮਾਲਿਕ, ਉਹ ਮਾਲਕ ਬਣ ਸਕਦਾ ਸੀ ਕਿਸੇ ਕੰਪਨੀ ਦਾ, ਆਪਣੀ ਕੰਪਨੀ ਸਟਾਰਟ ਕਰ ਸਕਦਾ ਸੀ। ਉਹ ਇੰਨਾ ਸ਼ਾਰਪ ਮਾਈਂਡਡ ਸੀ, ਇੰਟੈਲੀਜੈਂਟ ਸੀਗਾ, ਹਾਰਡ ਵਰਕਿੰਗ ਨਹੀਂ ਸੀ। ਦੇਖੋ ਇੰਟੈਲੀਜੈਂਟ ਹੋਣਾ ਤੇ ਹਾਰਡ ਵਰਕਿੰਗ ਹੋਣਾ ਬੇਟਾ ਅਲੱਗ-ਅਲੱਗ ਚੀਜ਼ਾਂ ਨੇ। ਮੈਨੂੰ ਵੀ ਆਪਣੀ ਲਾਈਫ ਦੇ ਵਿੱਚ, ਮੈਂ ਦੱਸਿਆ ਤੁਹਾਨੂੰ ਕਈ ਵਾਰੀ ਕਲਾਸ ਦੇ ਵਿੱਚ, ਮੈਨੂੰ ਬੜੇ ਇੰਟੈਲੀਜੈਂਟ ਬੱਚੇ ਮਿਲੇ ਆ, ਲੇਕਿਨ ਉਹ ਹਾਰਡ ਵਰਕਿੰਗ ਨਹੀਂ ਸੀ। ਅੱਛਾ, ਮੈਨੂੰ ਕਈ ਹਾਰਡ ਵਰਕਿੰਗ ਬੱਚੇ ਮਿਲੇ ਜਿਨ੍ਹਾਂ ਨੇ ਮਾਰਕਸ ਇੰਟੈਲੀਜੈਂਟ ਬੱਚਿਆਂ ਤੋਂ ਜ਼ਿਆਦਾ ਲਏ। ਇੰਟੈਲੀਜੈਂਟ ਹੋਣਾ, ਹਾਰਡ ਵਰਕਿੰਗ ਹੋਣਾ, ਇਹ ਦੋਨੇ ਡਿਫਰੈਂਟ ਗੱਲਾਂ ਨੇ, ਪਰ ਜੇ ਕਿਸੇ ਸਟੂਡੈਂਟ ਦੇ ਵਿੱਚ ਇਹ ਦੋਨੇ ਗੁਣ ਆ ਜਾਣ ਤਾਂ ਫਿਰ ਉਸ ਨੂੰ ਜ਼ਿੰਦਗੀ 'ਚ ਕਦੇ ਮਾਰ ਨਹੀਂ ਖਾਏਗਾ, ਉਹ ਆਪਣੀ ਜ਼ਿੰਦਗੀ 'ਚ ਉਹਨੇ ਸਫਲ ਹੋਣਾ ਹੀ ਹੋਣਾ। ਬਟ ਡਿਊ ਟੂ ਹਿਸ ਬੈਡ ਹੈਬਿਟਸ, ਪਰ ਉਸ ਦੀਆਂ ਬੁਰੀਆਂ ਆਦਤਾਂ ਕਰਕੇ, ਡਿਊ ਟੂ ਦਾ ਮਤਲਬ ਦੇ ਕਰਕੇ, ਹਿਸ ਬੈਡ ਹੈਬਿਟਸ, ਉਸ ਦੀਆਂ ਬੁਰੀਆਂ ਆਦਤਾਂ ਕਰਕੇ, ਹੀ ਵਾਜ਼ ਐਨ ਅਨਸਕਸੈਸਫੁਲ ਪਰਸਨ, ਉਹ ਇੱਕ ਅਸਫਲ ਪਰਸਨ ਬਣ ਗਿਆ। ਅਸਫਲ, ਜਿਸ ਨੂੰ ਸਫਲਤਾ ਨਹੀਂ ਮਿਲਦੀ, ਅਸਫਲ ਪਰਸਨ ਬਣ ਗਿਆ। ਸੁਧਾ ਫੈਲਟ ਵੈਰੀ ਸੌਰੀ ਫॉर ਹਿਮ, ਸੁਧਾ ਨੂੰ ਬਹੁਤ ਦੁੱਖ ਲੱਗਿਆ ਜਦੋਂ ਇਸ ਤਰ੍ਹਾਂ ਉਸਨੂੰ ਪਤਾ ਲੱਗਿਆ ਕਿ ਉਹ ਤਾਂ ਇੰਨੀ ਉੱਚੀ ਪੋਸਟ ਤੇ ਜਾ ਸਕਦਾ ਸੀ, ਲੇਕਿਨ ਉਹ ਸਿਰਫ ਸੇਲਸ ਪਰਸਨ ਬਣ ਗਿਆ, ਤਾਂ ਉਸਨੇ ਸੌਰੀ ਫੀਲ ਕੀਤਾ ਉਹਦੇ ਲਈ। ਐਟ ਦੀ ਐਂਡ ਆਫ ਦਾ ਚੈਪਟਰ, ਚੈਪਟਰ ਦੇ ਅੰਤ ਤੇ, ਸ਼ੀ ਐਡਵਾਈਜ਼ਡ ਹਿਮ ਅਗੇਨ, ਉਸਨੇ ਉਸਨੂੰ ਦੁਬਾਰਾ ਸਲਾਹ ਦਿੱਤੀ। ਹੁਣ ਦੇਖੋ ਧਿਆਨ ਨਾਲ, ਆਪਾਂ ਇੱਥੇ ਐਸ ਪਾਇਆ ਬਿਕੋਜ਼ ਇੱਥੇ ਅਸੀਂ ਵਰਬ ਦੇ ਤੌਰ ਤੇ ਯੂਜ਼ ਕੀਤਾ ਹੈ, ਤਾਂ ਇੱਥੇ ਐਡਵਾਈਜ਼ਡ ਸੈਕਿੰਡ ਵਰਬ ਪਾਈ ਹੈ, ਇਸ ਕਰਕੇ ਆਪਾਂ ਇੱਥੇ ਐਸ ਪਾਤਾ, ਲੇਕਿਨ ਉੱਪਰ ਆਪਾਂ ਕੀ ਪਾਇਆ ਸੀ, ਸੀ ਪਾਇਆ ਸੀ। ਦੇਖੋ ਇੱਥੇ ਇਹ ਨਾਉਨ ਦੇ ਤੌਰ ਤੇ ਯੂਜ਼ ਹੋ ਰਿਹਾ ਹੈ। ਤਾਂ ਬੇਟਾ ਧਿਆਨ ਰੱਖਿਓ, ਤੁਹਾਨੂੰ ਕੁਐਸਚਨ ਵੀ ਆਉਂਦਾ ਹੈ ਪੇਪਰ 'ਚ ਕਿ ਐਡਵਾਈਸ ਨੂੰ ਐਜ਼ ਅ ਨਾਉਨ ਤੇ ਐਜ਼ ਅ ਵਰਬ ਯੂਜ਼ ਕਰੋ। ਤਾਂ ਜੇਕਰ ਤੁਸੀਂ ਐਡਵਾਈਸ ਨੂੰ ਐਜ਼ ਅ ਨਾਉਨ ਯੂਜ਼ ਕਰਨਾ ਤਾਂ ਤੁਸੀਂ ਪੂਰਾ ਹੀ ਸੈਂਟੈਂਸ ਚੱਕ ਕੇ ਲਿਖਿਓ ਪੇਪਰ 'ਚ ਕਿ he did not pay any attention to the advice ਸੀ ਵਾਲਾ of her parents, ਨਾਉਨ ਦੇ ਤੌਰ ਤੇ ਵਰਬ ਦੇ ਤੌਰ ਤੇ ਤੁਸੀਂ ਆਹ ਸੈਂਟੈਂਸ ਲਿਖਿਆ ਹੋ ਕਿ at the end of the chapter, ਜਾਂ ਤੁਸੀਂ ਇੱਥੋਂ ਚੱਕ ਲਓ, she advised him again to give up his bad habits, ਇੱਥੇ ਇਸ ਨਾਲ ਲਿਖ ਦਿਓ, ਇਹ ਵਰਬ ਦੇ ਤੌਰ ਤੇ ਹੋ ਗਿਆ, ਠੀਕ ਹੈ। ਤਾਂ ਉਸਨੇ ਉਸਨੂੰ ਐਡਵਾਈਜ਼ ਕੀਤਾ, ਸਲਾਹ ਦਿੱਤੀ, ਅਗੇਨ ਦੁਬਾਰਾ, ਕਿ ਉਹ ਆਪਣੀਆਂ ਬੈਡ ਹੈਬਿਟਸ, ਬੁਰੀਆਂ ਆਦਤਾਂ ਹਜੇ ਵੀ ਛੱਡ ਦਵੇ, ਗਿਵ ਅਪ, ਛੱਡ ਦਵੇ, ਗਿਵ ਅਪ ਦਾ ਮਤਲਬ ਛੱਡ ਦਵੇ। ਹਸਨ ਪ੍ਰੋਮਿਸਡ ਹਰ, ਹਸਨ ਨੇ ਉਸਨੂੰ ਪ੍ਰੋਮਿਸ ਕੀਤਾ, ਵਚਨ ਦਿੱਤਾ, ਟੂ ਡੂ ਹਿਸ ਬੈਸਟ ਇਨ ਲਾਈਫ, ਕਿ ਆਪਣੀ ਜ਼ਿੰਦਗੀ ਦੇ ਵਿੱਚ ਉਹ ਬੈਸਟ ਕਰੂਗਾ, ਟੂ ਡੂ ਹਿਸ ਬੈਸਟ, ਵਧੀਆ ਕਰੂਗਾ, ਆਪਣੀ ਜ਼ਿੰਦਗੀ 'ਚ ਵਧੀਆ ਕਰੂਗਾ, ਟੂ ਡੂ ਹਿਸ ਬੈਸਟ। ਲਾਸਟ ਲਾਈਨ ਤੁਸੀਂ ਜ਼ਰੂਰ ਇਹ ਵਧੀਆ ਲਿਖਣੀ ਹੈ ਕਿ ਦ ਸਟੋਰੀ ਆਫ ਹਸਨ ਟੀਚਿਸ ਅਸ, ਹਸਨ ਦੀ ਕਹਾਣੀ ਸਾਨੂੰ ਦੱਸਦੀ ਹੈ ਦਾ ਵੈਲਿਊ ਆਫ ਟਾਈਮ, ਕਿ ਟਾਈਮ ਦੀ ਕੀਮਤ ਕੀ ਹੈ, ਐਂਡ ਡਿਸਿਪਲਿਨ, ਅਤੇ ਅਨੁਸ਼ਾਸਨ ਦੀ ਕੀਮਤ ਕੀ ਹੈ, ਇਨ ਅਵਰ ਲਾਈਫ, ਸਾਡੀ ਜ਼ਿੰਦਗੀ ਦੇ ਵਿੱਚ। ਦਾ ਸਟੋਰੀ ਆਫ ਹਸਨ, ਹਸਨ ਦੀ ਕਹਾਣੀ ਸਾਨੂੰ ਇਹ ਦੱਸਦੀ ਹੈ ਕਿ ਟਾਈਮ ਤੇ ਡਿਸਿਪਲਿਨ ਦੀ ਸਾਡੀ ਜ਼ਿੰਦਗੀ ਦੇ ਵਿੱਚ ਕੀ ਵੈਲਿਊ ਹੈ। ਤਾਂ ਬੇਟਾ ਇਹ ਹੋ ਗਿਆ ਸਾਡਾ ਐਸੇ ਟਾਈਪ ਕੁਐਸਚਨ। ਜੇ ਤੁਸੀਂ ਐਦਾਂ ਕੁਐਸਚਨ ਲਿਖ ਕੇ ਆਓਗੇ ਤੇ ਨਾਲ ਜੇ ਤੁਸੀਂ ਮਾਈਂਡ ਮੈਪ ਵੀ ਬਣਾਏ ਆਓਗੇ ਤਾਂ ਫੁੱਲ ਬਟਾ ਫੁੱਲ ਮਾਰਕਸ ਆਣਗੇ, ਮੇਰੇ ਤੋਂ ਲਿਖਾ ਲਓ ਤੁਸੀਂ, ਇਸ ਦੀ ਪ੍ਰੈਕਟਿਸ ਕਰ ਲਿਓ ਜੀ। ਅੱਛਾ, ਇਹ ਕੁਐਸਚਨ ਆਪਣੀਆਂ ਕਾਪੀਜ਼ ਤੇ ਇਹੀ ਉਤਾਰਿਓ, ਕਿਸੇ ਗਾਈਡ ਜਾਂ ਹੈਲਪ ਬੁੱਕ ਦੀ ਮਦਦ ਨਾ ਲਈਓ, ਬਿਕੋਜ਼ ਉਹਦੇ ਵੀ ਜਿਹੜੇ ਆਨਸਰਸ ਲਿਖੇ ਹੁੰਦੇ ਨੇ ਉਹ ਮਤਲਬ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਯਾਦ ਕਰਨੇ ਔਖੇ ਹੁੰਦੇ ਨੇ, ਜਾਂ ਸਮਝ ਵੀ ਨਹੀਂ ਆਉਂਦੇ ਪ੍ਰੋਪਰ। ਨੂੰ ਤੁਹਾਨੂੰ ਮੈਂ ਸਮਝਾਇਆ ਵੀ ਹੈ, ਤਾਂ ਤੁਸੀਂ ਆਪਣੀ ਨੋਟਬੁੱਕ ਤੇ ਇਹੀ ਕੁਐਸਚਨ ਉਤਾਰਿਓ ਤੇ ਇਸ ਦੀ ਪਿਕ ਮੈਨੂੰ ਭੇਜਿਓ ਜ਼ਰੂਰ, ਤਾਂ ਕਿ ਮੈਨੂੰ ਪਤਾ ਲੱਗਦਾ ਰਹੇ ਕਿ ਤੁਸੀਂ ਕੰਮ ਕਰ